ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੁਮ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣਿਓ ਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਣੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਵਿਨਸੈ ਉਹ ਮਨ ਪਛਤਾਵੈ। ਜੋ ਦੀਸੈ ਸੋ ਚਾਲਣ ਹਾਰ, ਲਾਪਟ ਰਹਿਓ ਤਹ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨ ਆਵੈ ਕੇਹ। ਮਾਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਮਾਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਸੁਖਮਣੀ ਸਾਹਿਬ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਹਨ ਕਿ ਅਨਕ ਭਾਂਤ ਮਾਇਆ ਕੇ ਹੇਤ, ਮਾਇਆ ਦੇ ਹੇਤ ਵਾਸਤੇ ਮਾਇਆ ਦੇ ਮੋਹ ਕਰਕੇ ਅਨਕ ਅਨੇਕਾਂ ਭਾਂਤ ਯਤਨ ਕਰਦਾ ਹੈ ਇਹ ਜੀਵ। ਅਨਕ ਭਾਂਤ ਮਾਇਆ ਕੇ ਹੇਤ, ਮਾਇਆ ਦੇ ਹੇਤ ਵਾਸਤੇ ਮਾਇਆ ਦੇ ਮੋਹ ਕਰਕੇ ਅਨੇਕਾਂ ਯਤਨ ਕਰਦਾ ਹੈ ਇਹ ਜੀਵ। ਸਰ ਪਰ ਹੋਵਤ ਜਾਨ ਅਨੇਤ, ਸਰ ਪਰ ਨਿਸ਼ਚੇ ਕਰਕੇ ਜਾਨ ਜਾਣੋ। ਮਾਇਆ ਅਨੇਤ, ਮਾਇਆ ਨਾਸ ਭਾਵ ਝੂਠ ਸਾਬਤ ਹੋਵਣ ਵਾਲੀ ਹੈ ਕਿ ਮਾਇਆ ਦੇ ਵਾਸਤੇ ਮੋਹ ਕਰਕੇ ਜੀਵ ਅਨੇਕਾਂ ਯਤਨ ਕਰਦਾ ਹੈ। ਨਿਸ਼ਚੇ ਕਰਕੇ ਜਾਣੋ ਮਾਇਆ ਨਾਸ ਭਾਵ ਝੂਠ ਸਾਬਤ ਹੋਵਣ ਵਾਲੀ ਹੈ। ਕੈਸੇ ਝੂਠ ਹੋਣ ਵਾਲੀ ਹੈ? ਮਹਾਰਾਜ ਜੀ ਕਹਿਣ ਲੱਗੇ ਬਿਰਖ ਕੀ ਛਾਇਆ ਸਿਉ ਰੰਗ ਲਾਵੈ। ਐਸੇ ਯਤਨ ਹਨ ਮਾਇਆ ਦੇ ਕਿ ਜਿਵੇਂ ਕੋਈ ਬਿਰਖ, ਜਿਵੇਂ ਕੋਈ ਦਰਖਤ ਦੀ ਛਾਂ ਨੂੰ ਅਚਲ ਸਮਝ ਕੇ ਉਸ ਦੇ ਨਾਲ ਰੰਗ ਪ੍ਰੇਮ ਲਾ ਲਵੇ ਕਿ ਇਹ ਛਾਂ ਹੈ ਦਰਖਤ ਦੀ ਜਿਹੜੀ ਸਦਾ ਰਹੂਗੀ, ਅਤੇ ਉਸ ਦੇ ਨਾਲ ਪ੍ਰੇਮ ਲਾ ਲਵੇ। ਜਦੋਂ ਉਹ ਛਾਂ ਨਾਸ ਹੋ ਜਾਂਦੀ ਹੈ, ਭਾਵ ਛਾਂ ਪੂਰਬ ਤੋਂ ਪੱਛਮ ਵੱਲ ਚਲੀ ਜਾਂਦੀ ਹੈ, ਤਾਂ ਫਿਰ ਉਹ ਪੁਰਖ ਹਿਰਦੇ ਵਿੱਚ ਪਸ਼ਚਾਤਾਪ ਕਰਦਾ ਹੈ, ਪਛਤਾਉਂਦਾ ਹੈ। ਉਹ ਬਿਨਸੈ, ਉਹ ਮਨ ਪਛਤਾਵੈ ਕਿ ਜਦੋਂ ਛਾਂ ਬਿਨਸ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਭਾਵ ਪੂਰਬ ਤੋਂ ਪੱਛਮ ਵੱਲ ਚਲੀ ਜਾਂਦੀ ਹੈ। ਫਿਰ ਇਹ ਜੀਵ, ਇਹ ਪੁਰਖ ਹਿਰਦੇ ਵਿੱਚ ਪਛਤਾਵਾ ਕਰਦਾ ਹੈ, ਪਛਚਾਤਾਪ ਕਰਦਾ ਹੈ। ਇਸੇ ਪ੍ਰਕਾਰ ਬਿਰਖ ਹੁੰਦਾ, ਬਿਰਛ ਦੀ ਦਰਖਤ ਦੀ ਨਿਆਈ ਪਰਮੇਸ਼ਰ ਹੈ। ਮਾਇਆ ਉਸ ਦੀ ਛਾਂ ਰੂਪ ਹੈ। ਇਸ ਦੇ ਨਾਲ ਜੀਵ ਪ੍ਰੇਮ ਲਾਉਣਾ ਕਰਦਾ ਹੈ ਮਾਇਆ ਦੇ ਨਾਲ। ਇਹ ਜੀਵ ਪੱਛਮ ਦੀ ਤਰਫ ਸੂਰਜ ਵਾਂਗੂ ਪੁੰਨੀਆਂ ਪੁਰਖਾਂ ਤਰਫ ਚਲੀ ਜਾਵੇ ਤਾਂ ਮਾਇਆ ਰੂਪ ਛਾਂ ਨਾਸ ਹੋ ਜਾਂਦੀ ਹੈ। ਪੁੰਨ ਨਾਸ ਹੋਣ ਤੋਂ ਮਨ ਵਿੱਚ ਫੇਰ ਪਛਤਾਵਾ ਹੁੰਦਾ ਹੈ। ਜੋ ਦੀਸੈ ਸੋ ਚਾਲਣਹਾਰ, ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਹੜੀ ਮਾਇਆ ਪਦਾਰਥ ਦਿਸ ਰਹੇ ਹਨ, ਸੋ ਚਾਲਣਹਾਰ, ਉਹ ਸਭ ਚਾਲਣਹਾਰ ਚਲੇ ਜਾਣ ਵਾਲੇ ਹਨ। ਜਿਹੜੇ ਮੈਕੀ ਪਦਾਰਥ ਦਿਸ ਰਹੇ ਹਨ ਉਹ ਸਾਰੇ ਚਲੇ ਜਾਣ ਵਾਲੇ ਹਨ। ਲਾਪਟ ਰਹੋ ਤਹਿ ਅੰਧ ਅੰਧਾਰ, ਇਹ ਅਗਿਆਨੀ ਜੀਵ ਅਗਿਆਨ ਦੇ ਅੰਧਾਰ, ਅਗਿਆਨ ਦੇ ਹਨੇਰੇ ਵਿੱਚ ਅੰਨਾ ਹੋਇਆ ਹੈ। ਉਹਨਾਂ ਵਿੱਚ ਇਹ ਲਪਟ ਹੁੰਦਾ, ਖਚਿਤ ਹੋ ਰਿਹਾ ਹੈ। ਇਹ ਅੰਨਾ ਜੀਵ ਅਗਿਆਨ ਰੂਪ ਹਨੇਰੇ ਕਰਕੇ ਉਹਨਾਂ ਵਿਸ਼ੇ ਵਿਕਾਰਾਂ ਵਿੱਚ ਹੀ ਲੰਪਟ ਹੋ ਰਿਹਾ ਹੈ, ਜੁੜ ਰਿਹਾ ਹੈ। ਜੈਸਾ ਕਿ ਅੰਧੇ ਇਹ ਨਾ ਆਖੀਐ ਜਿਨ ਮੁਖ ਲੋਣ ਨਾਹੇ, ਅੰਧੇ ਸੇਈ ਨਾਨਕਾ ਖਸਮੋ ਘੁੱਥੇ ਜਾਹੇ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ 954 ਅੰਗ ਤੇ ਅੰਧੇ ਇਹ ਨਾ ਆਖੀਏ। ਕਹਿੰਦੇ ਇਹਨਾਂ ਨੂੰ ਅੰਨੇ ਨਹੀਂ ਆਖਣਾ ਚਾਹੀਦਾ, ਪਰ ਅੰਨੇ ਉਹ ਹਨ ਜਿਨ ਮੁਖ ਲੋਣ ਨਾਹੇ, ਕਿ ਜਿਨ੍ਹਾਂ ਦੇ ਮੁਖ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ। ਕਿ ਅੰਧੇ ਸੇਈ ਨਾਨਕਾ, ਮਹਾਰਾਜ ਜੀ ਕਹਿਣ ਲੱਗੇ ਉਹ ਅੰਧੇ ਹਨ ਖਸਮੋਂ ਘੁੱਥੇ ਜਾਏ, ਜਿਹੜੇ ਪਰਮੇਸ਼ਰ ਦੇ ਨਾਲੋਂ ਟੁੱਟੇ ਹੋਏ ਹਨ, ਪਰਮੇਸ਼ਰ ਨੂੰ ਦੂਰ ਹਨ, ਉਹ ਅੰਨੇ ਆਖੇ ਜਾਂਦੇ ਹਨ। ਬਟਾਊ ਸਿਉ ਜੋ ਲਾਵੈ ਨੇਹ,
ਜਿਹੜਾ ਪੁਰਖ ਬਟਾਊ ਰਾਹੀਆਂ ਦੇ ਨਾਲ ਮੁਸਾਫਰਾਂ ਦੇ ਨਾਲ ਪ੍ਰੇਮ ਲਾਉਂਦਾ ਹੈ। ਬਟਾਊ ਸਿਉ ਜੋ ਲਾਵੈ ਨੇਹ, ਜਿਹੜਾ ਪੁਰਖ ਬਟਾਊਆਂ ਦੇ ਨਾਲ ਰਾਹੀਆਂ ਦੇ ਨਾਲ ਨੇਹ ਹੁੰਦਾ ਪ੍ਰੇਮ ਲਾਉਂਦਾ ਹੈ। ਕਿ ਬਟਾਊ ਬੋਲੀ ਬੀਕਾਨੇਰ ਦੇ ਵਿੱਚ ਰਾਜਸਥਾਨ ਦੀ ਬੋਲੀ ਹੈ। ਇਹ ਬੀਕਾਨੇਰ ਵਿੱਚ ਰਾਹੀ ਨੂੰ ਬਟਾਊ ਕਹਿੰਦੇ ਹਨ। ਬਾਣੀ ਵਿੱਚ ਵੀ ਇਹ ਸਮਝਾਉਣਾ ਕੀਤਾ ਹੈ, ਬਟਾਊ ਸਿਉ ਜੋ ਲਾਵੈ ਨੇਹ, ਜਿਹੜਾ ਪੁਰਖ ਬਟਾਊ ਰਾਹੀਆਂ ਦੇ ਨਾਲ ਪ੍ਰੇਮ ਲਾਉਣਾ ਕਰਦਾ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਤਾਂ ਕੋ ਹਾਥ ਨ ਆਵੈ ਕੇਹੇ, ਕਿ ਇਸ ਤਰ੍ਹਾਂ ਇਸੇ ਤਰ੍ਹਾਂ ਇਹ ਸਰੀਰ ਬਟਾਊ ਰਾਹੀ ਦੀ ਨਿਆਈ ਹੈ। ਜਿਵੇਂ ਮੁਸਾਫਰ ਆਉਂਦਾ ਹੈ, ਰਾਹੀ ਆਉਂਦਾ ਹੈ, ਇਹ ਸਰੀਰ ਵੀ ਉਸ ਪਰਮੇਸ਼ਰ ਕੋਲੋਂ ਐਸੇ ਹੀ ਆਇਆ ਹੈ। ਇਸ ਦੇ ਨਾਲ ਜੋ ਪ੍ਰੇਮ ਲਾਉਂਦਾ ਹੈ, ਇਸ ਸਰੀਰ ਰੂਪੀ ਮੁਸਾਫਰ ਦੇ ਨਾਲ ਜਿਹੜਾ ਦੇਹ ਦੇ ਨਾਲ ਪ੍ਰੇਮ ਲਾਉਂਦਾ ਹੈ, ਉਹ ਕਦੇ ਕਿਸੇ ਦੇਹ ਨੂੰ ਧਾਰਦਾ ਹੈ, ਕਦੇ ਕਿਸੇ ਦੇਹ ਨੂੰ ਧਾਰਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਿ ਤਾਂ ਕੋ ਹਾਥ ਨਾ ਆਵੈ ਕੇਹੇ, ਤਾਂ ਕੋ ਉਹਨਾਂ ਦੇ ਕੁਝ ਵੀ ਹੱਥ ਨਹੀਂ ਆਉਂਦਾ, ਜਿਹੜਾ ਸਰੀਰ ਰੂਪੀ ਮੁਸਾਫਰ ਰਾਹੀ ਦੇ ਨਾਲ ਪ੍ਰੇਮ ਲਾਉਂਦਾ ਹੈ। ਤੇ ਕਦੇ ਕਿਸੇ ਦੇਹਾਂ 'ਚ ਜਾਂਦਾ, ਕਦੇ ਕਿਸੇ ਦੇਹਾਂ 'ਚ ਜਾਂਦਾ ਹੈ। ਉਹਨਾਂ ਦੇ ਫਿਰ ਕੁਝ ਵੀ ਹੱਥ ਨਹੀਂ ਆਉਂਦਾ, ਜੇ ਮਨੁੱਖਾ ਜਨਮ ਦੇ ਵਿੱਚ ਆਪਣਾ ਜੋ ਜਨਮ ਹੈ, ਜੋ ਉਹ ਆਉਣਾ ਜਾਣਾ ਹੈ, ਉਹ ਮਟਾਉਂਦਾ ਨਹੀਂ ਨਾਮ ਜਪ ਕੇ, ਫਿਰ ਉਹਦੇ ਹੱਥ ਕੁਝ ਨਹੀਂ ਆਉਂਦਾ। ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਪਿਆਰੇ ਮਨਾ, ਹਰੀ ਵਾਹਿਗੁਰੂ ਦੇ ਨਾਮ ਦੀ ਪ੍ਰੀਤੀ ਹੀ ਸੁਖਦਾਈ, ਸੁੱਖਾਂ ਦੇ ਦੇਣ ਵਾਲੀ ਹੈ। ਕਰ ਕਿਰਪਾ ਨਾਨਕ ਆਪ ਲਏ ਲਾਈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਆਪ ਹਰੀ ਵਾਹਿਗੁਰੂ ਜੀ ਕਿਰਪਾ ਕਰਦਾ ਹੈ, ਜਿਨ੍ਹਾਂ 'ਤੇ ਆਪ ਹਰੀ ਵਾਹਿਗੁਰੂ ਜੀ ਕਿਰਪਾ ਕਰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਪ੍ਰੀਤੀ ਆਪਣੇ ਸਰੂਪ ਵਿੱਚ ਆਪ ਹੀ ਲਾ ਲੈਂਦਾ ਹੈ। ਮਿਥਿਆ ਤਾਨ ਧਨ ਕੁਟੰਬ ਸਵਾਇਆ। ਹੇ ਜੀਵ, ਇਹ ਤਾਨ ਸਰੀਰ, ਧਨ ਮਾਇਆ, ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਅਤੇ ਸਵਾਇਆ ਹੋਰ ਸਾਰਾ ਪਰਿਵਾਰ ਮਿਥਿਆ ਹੈ, ਨਿਸਫਲ ਹੈ, ਨਾਸਵੰਤ ਹੈ। ਮਿਥਿਆ ਤਾਨ ਧਨ ਕੁਟੰਬ ਸਵਾਇਆ। ਕਿ ਹੇ ਜੀਵ, ਇਹ ਸਰੀਰ ਤਾਨ ਇਹ ਸਰੀਰ, ਧਨ ਇਹ ਮਾਇਆ, ਕੁਟੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਅਤੇ ਸਵਾਇਆ ਹੋਰ ਸਾਰਾ ਪਰਿਵਾਰ ਮਿਥਿਆ ਹੈ, ਨਾਸਵੰਤ ਹੈ। ਮਿਥਿਆ ਹਉਮੈ ਮਮਤਾ ਮਾਇਆ। ਉਸ ਨੂੰ ਮਿਥਿਆ ਕਹਿੰਦੇ ਹਨ ਜੋ ਪ੍ਰਤੀਤ ਹੋਵੇ ਪਰ ਹੋਵੇ ਨਾ। ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ, ਜਿਵੇਂ ਮਿਰਗ ਰੇਤਲੀਆਂ ਜ਼ਮੀਨਾਂ ਦੇ ਵਿੱਚ ਤਰੰਗਾਂ ਉੱਡਦੀਆਂ ਦੇਖ ਕੇ ਉਹਨਾਂ ਵੱਲ ਭੱਜਦਾ ਹੈ, ਪਰ ਉਹ ਮਿਥਿਆ ਹੁੰਦਾ ਹੈ, ਮੌਜੂਦ ਨਹੀਂ ਹੁੰਦਾ। ਇਸੇ ਤਰ੍ਹਾਂ ਇਹ ਜਿਹੜਾ ਸਾਰਾ ਕੁਟੰਬ ਹੈ, ਇਹ ਮਿਥਿਆ ਕਿਹਾ ਹੈ। ਕਿ ਜਿਵੇਂ ਮਿਰਗ ਤ੍ਰਿਸ਼ਨਾ ਦਾ ਪਾਣੀ ਹੈ ਪਰ ਹੁੰਦਾ ਨਹੀਂ। ਸਿੱਪੀ ਵਿੱਚ ਚਾਂਦੀ ਪ੍ਰਤੀਤ ਹੁੰਦੀ ਹੈ। ਜੋ ਸਿੱਪੀ ਹੁੰਦੀ ਹੈ ਉਸ ਦੇ ਵਿੱਚ ਦੇਖਣ ਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਚਾਂਦੀ ਹੈ, ਪਰ ਚਾਂਦੀ ਨਹੀਂ ਹੁੰਦੀ। ਇਹ ਮਿਥਿਆ ਹੈ। ਇਸੇ ਤਰ੍ਹਾਂ ਇਹ ਸਰੀਰ, ਇਹ ਪਰਿਵਾਰ, ਇਹ ਕੁਟੰਬ ਮਿਥਿਆ ਹੈ। ਇੱਕ ਦਿਨ ਨਾਸ ਹੋ ਜਾਣਾ ਹੈ। ਇਸ ਨੇ ਨਾ ਕੋ ਲੈ ਆਇਓ ਇਹ ਧਨ ਕਾ, ਕੋ ਲੈ ਜਾਤ ਰਾਵਨ ਹੂੰ ਤੇ ਅਧ ਕਛਤਰਪਤ, ਖਿਨਮੈ ਗਏ ਬਲਾਤ। ਨਾ ਕੋ ਲੈ ਆਇਓ ਇਹ ਧਨ, ਨਾ ਕੋਈ ਇਹ ਧਨ ਲੈ ਕੇ ਆਇਆ ਹੈ। ਨਾ ਕੋ ਲੈ ਜਾਤ, ਨਾ ਕਿਸੇ ਨੇ ਲੈ ਕੇ ਜਾਣਾ ਹੈ। ਰਾਵਨ ਹੂੰ ਤੇ ਅਧ ਕਛਤਰਪਤ, ਕਿ ਰਾਜੇ ਰਾਵਣ ਤੋਂ ਕੋਈ ਵੱਡਾ ਨਹੀਂ ਹੋਇਆ।
ਛਤਰਪਤੀ। ਖਿਨਮੈ ਗਏ ਬਲਾਤ, ਇੱਕ ਖਿਨ ਦੇ ਵਿੱਚ ਹੀ ਉਸ ਦਾ ਵੀ ਨਾਸ ਹੋ ਗਿਆ। ਕਿ ਹਉਮੈ ਮਮਤਾ ਮਾਇਆ, ਕਿ ਹੰਗਤਾ ਦੇਹ ਦੀ ਤੇ ਮਾਇਆ ਦੀ ਮਮਤਾ ਮੇਰਵੀ। ਮਿਥਿਆ ਹੈ ਨਿਸਫਲ ਹੈ ਨਾਸਵੰਤ ਹੈ। ਮਾਇਆ ਦੀ ਮਮਤਾ ਆਪਣਾਤ ਕਰੀ ਬੈਠਾ ਹੈ ਕਿ ਇਹ ਮਾਇਆ ਮੇਰੀ ਹੈ। ਮਹਾਰਾਜ ਜੀ ਕਹਿਣ ਲੱਗੇ ਮਿਥਿਆ ਰਾਜ ਜੋਵਨ ਧਨ ਮਾਲ। ਰਾਜ ਭਾਗ ਜੋਵਨ ਜਵਾਨੀ ਧਨ, ਦੌਲਤ ਤੇ ਮਾਲ ਹਾਥੀ ਘੋੜੇ ਆਦਿਕ। ਮਿਥਿਆ ਹੈ ਨਾਸਵੰਤ ਹੈ ਨਿਸਫਲ ਹੈ। ਮਿਥਿਆ ਕਾਮ ਕ੍ਰੋਧ ਵਿਕਰਾਲ, ਕਾਮ ਕ੍ਰੋਧ ਆਦਿ ਵਿਕਾਰ ਜੋ ਵਿਕਰਾਲ ਭਿਆਨਕ ਰੂਪ ਹਨ, ਇਹ ਵੀ ਮਿਥਿਆ, ਇਹ ਵੀ ਝੂਠੇ ਹੀ ਹਨ। ਮਿਥਿਆ ਰਥ ਹਸਤੀ ਆਸਵ ਬਸਤਰਾ, ਕਿ ਰਥ ਹਸਤੀ ਹਾਥੀ ਅਸਬ ਘੋੜੇ ਤੇ ਸੋਹਣੇ ਬਸਤਰਾ ਲਿਬਾਸ, ਇਹ ਸਭ ਮਿਥਿਆ ਹਨ ਨਿਸਫਲ ਹਨ ਕਿ ਝੂਠੇ ਹਨ। ਮਿਥਿਆ ਰੰਗ ਸੰਗ ਮਾਇਆ ਪੇਖ ਵਸਤਰਾ, ਮਿਥਿਆ ਸੰਗ ਮਾਇਆ ਪੇਖ ਹਸਤਾ, ਕਿ ਮਾਇਆ ਦੇ ਰੰਗ ਮਾਇਆ ਦੇ ਪ੍ਰੇਮ ਨਾਲ ਸੰਗੀ ਹੋ ਕੇ ਭਾਵ ਮਾਇਆ ਦੇ ਰੰਗ ਦੇਖ ਕੇ ਬਹੁਤ ਹੱਸਦਾ ਹੈ, ਇਹ ਵੀ ਮਿਥਿਆ ਨਿਸਫਲ ਨਾਸਵੰਤ ਹੈ। ਮਿਥਿਆ ਧਰੋ ਮੋਹ ਅਭਿਮਾਨ, ਧਰੋ ਹੁੰਦਾ ਛਲ ਕਰਨਾ, ਭਾਵੇਂ ਧੋਖੇਬਾਜ਼ੀ ਕਰੇ, ਕਿ ਮੋਹ ਮੂਰਛਾ ਅਤੇ ਅਭਿਮਾਨ ਹੰਕਾਰ ਵੀ ਇਹ ਹੈ ਜਿਹੜੀ, ਇਹ ਨਿਸਫਲ ਹੈ ਨਾਸਵੰਤ ਹੈ। ਮਿਥਿਆ ਆਪਸ ਉਪਰ ਕਰਤ ਗਮਾਨ, ਆਪਸ ਆਪਣੇ ਉੱਤੇ ਜੋ ਆਪਣੇ ਆਪ ਤੇ ਗੁਮਾਨ ਹੰਕਾਰ ਕਰਦਾ ਹੈ, ਮੈਂ ਮੇਰੀ ਕਰਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ, ਇਹ ਵੀ ਮਿਥਿਆ ਹੈ, ਇਹ ਵੀ ਝੂਠ ਹੈ। ਇੱਕ ਦਿਨ ਇਹ ਵੀ ਚਲਿਆ ਜਾਂਦਾ ਹੈ। ਆਸਥਿਰ ਭਗਤ ਸਾਧ ਕੀ ਸਰਨ, ਹਰੀ ਵਾਹਿਗੁਰੂ ਦੀ ਭਗਤੀ ਹੀ ਆਸਥਿਰ ਸਥਿਤ ਰਹਿਣ ਵਾਲੀ ਹੈ, ਸਦਾ ਰਹਿਣ ਵਾਲੀ ਹੈ। ਜੋ ਸਾਧ ਸੰਤ ਜਨਾਂ ਦੀ ਸਰਨ ਪੈ ਕੇ ਪ੍ਰਾਪਤ ਹੁੰਦੀ ਹੈ, ਜੋ ਭਗਤੀ ਉਹ ਸਥਿਤ ਰਹਿਣ ਵਾਲੀ ਹੈ, ਸਦਾ ਰਹਿਣ ਵਾਲੀ ਹੈ। ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹਰੀ ਵਾਹਿਗੁਰੂ ਦੇ ਜੋ ਪੂਜਨੀਕ ਚਰਨ ਹਨ, ਪੈਰ ਹਨ, ਉਹਨਾਂ ਦਾ ਧਿਆਨ ਧਰ ਕੇ ਭਾਵ ਜਪ ਜਪ ਕੇ ਜਿਉਂਦੇ ਹਾਂ। ਆਪ ਜੀ ਦੇ ਚਰਨ ਸਾਡੇ ਹਿਰਦੇ ਵਿੱਚ ਵਸਣ, ਇਸ ਪ੍ਰਕਾਰ ਕਰਕੇ ਜਿਉਂਦੇ ਹਾਂ। ਮਿਥਿਆ ਸ਼ਰਾਵਣ ਪਰ ਨਿੰਦਾ ਸੁਨਹੇ, ਉਹ ਸ਼ਰਾਵਣ ਉਹ ਕੰਨ ਵੀ ਮਿਥਿਆ ਨਿਸਫਲ ਝੂਠੇ ਹਨ। ਜੋ ਪਾਰ ਨਿੰਦਾ ਸੁਣਹੇ, ਜੋ ਪਰਾਈ ਨਿੰਦਿਆ ਬਦਨਾਮੀ ਸੁਣਦੇ ਹਨ, ਚੁਗਲੀ ਸੁਣਦੇ ਹਨ, ਉਹ ਕੰਨ ਵੀ ਨਿਸਫਲ ਹਨ, ਝੂਠੇ ਹਨ। ਮਿਥਿਆ ਹਸਤ ਪਰ ਦਰਬ ਕੋ ਹਿਰਹੇ, ਕਿ ਉਹ ਹਸਤ ਹੱਥ ਵੀ ਮਿਥਿਆ ਨਿਸਫਲ ਹਨ, ਜੋ ਪਾਰ ਪਰਾਏ ਦਰਬ ਧਨ ਨੂੰ ਹਿਰਹੇ ਚਰਾਉਂਦੇ ਹਨ, ਚੋਰੀ ਕਰਦੇ ਹਨ। ਮਿਥਿਆ ਹਸਤ ਪਰ ਦਰਬ ਕੋ ਹਿਰਹੇ, ਕਿ ਉਹ ਹਸਤ ਹੱਥ ਵੀ ਮਿਥਿਆ ਹਨ, ਨਿਸਫਲ ਹਨ। ਜੋ ਪਰਾਏ ਦਰਬ ਹੁੰਦਾ ਧਨ ਨੂੰ, ਹਿਰਹੇ ਹੁੰਦਾ ਚਰਾਉਂਦੇ ਹਨ ਤੇ ਚੋਰੀਆਂ ਕਰਦੇ ਹਨ, ਠੱਗੀਆਂ ਕਰਦੇ ਹਨ, ਜਿਹੜੇ ਹੱਥ ਉਹ ਵੀ ਮਿਥਿਆ ਦੱਸੇ ਹਨ। ਅੱਗੇ 269 ਅੰਗ ਤੇ ਸੁਖਮਣੀ ਸਾਹਿਬ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ। ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਉਹ ਨੇਤਰ ਅੱਖਾਂ ਵੀ ਮਿਥਿਆ ਹਨ, ਨਿਸਫਲ ਨਾਸਵੰਤ ਹਨ। ਜਿਨ੍ਹਾਂ ਨਾਲ ਪਾਰ ਪਰਾਈਆਂ ਤਿਰ ਇਸਤਰੀਆਂ ਦੇ ਰੂਪ ਆਦਿਕ ਦੇਖਦਾ ਹੈ। ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਕਿ ਉਹ ਨੇਤਰ ਅੱਖਾਂ ਵੀ ਮਿਥਿਆ ਹਨ, ਨਾਸਵੰਤ ਹਨ। ਜਿਨ੍ਹਾਂ ਨਾਲ ਪਰਾਈਆਂ ਇਸਤਰੀਆਂ ਦੇ ਰੂਪ ਆਦਿਕ ਵੇਖਦਾ ਹੈ। ਮਿਥਿਆ ਰਸਨਾ ਭੋਜਨ ਅੰਨ ਸਵਾਦ,
ਉਹ ਰਸਨਾ ਉਹ ਜੀਭਾ ਵੀ ਮਿਥਿਆ ਨਿਸਫਲ ਭਾਵ ਨਾਸਵੰਤ ਹੈ। ਜੋ ਨਾਮ ਤੋਂ ਬਿਨਾ ਅਨ ਹੁੰਦਾ ਹੈ, ਹੋਰਨਾਂ ਭੋਜਨਾਂ ਦੇ ਸਵਾਦ, ਹੋਰਨਾਂ ਭੋਜਨਾਂ ਦੇ ਰਸ ਲੈਂਦੀ ਹੈ। ਜਿਹਬਾ ਵੀ ਮਿਥਿਆ ਹੈ, ਜੋ ਉਦਰ ਪੂਰਨ ਮਾਤਰ ਭੋਜਨ ਤੋਂ ਬਿਨਾ ਹੋਰਨਾਂ ਮਾਸ ਆਦਿਕ ਪਦਾਰਥਾਂ ਦੇ ਸਵਾਦ ਰਸ ਲੈਂਦੀ ਹੈ। ਮਿਥਿਆ ਰਸਨਾ ਭੋਜਨ ਆਨ ਸਵਾਦ ਕਿ ਜੋ ਜਿਹਬਾ ਵੀ ਇਹ ਜੀਵ ਵੀ ਮਿਥਿਆ ਹੈ, ਨਾਸਵੰਤ ਹੈ। ਜੋ ਉਦਰ ਪੂਰਨ ਮਾਤਰ ਭੋਜਨ ਤੋਂ ਬਿਨਾ ਕਿ ਜੋ ਪੇਟ ਨੂੰ ਭੋਜਨ ਚਾਹੀਦਾ ਹੈ ਪੂਰਤੀ ਕਰਨ ਵਾਸਤੇ ਤੇ ਸਰੀਰ ਨੂੰ ਜੋ ਭੋਜਨ ਦੀ ਲੋੜ ਹੈ, ਜਿਹੜਾ ਇਹ ਸਰੀਰ ਹੈ ਇਹ ਮਾਸਾਹਾਰੀ ਨਹੀਂ ਹੈ, ਇਹ ਸ਼ਾਕਾਹਾਰੀ ਹੈ ਕਿ ਇਹ ਭੋਜਨ ਖਾਣ ਵਾਲਾ ਹੈ। ਭੋਜਨ ਨਾਲ ਹੀ ਇਸ ਦਾ ਸਰੀਰ ਸ਼ੁੱਧ ਰਹਿ ਸਕਦਾ ਹੈ। ਪਰ ਇਸ ਦੀ ਜਿਹਬਾ ਹੈ ਜਿਹੜੀ ਹੋਰ ਮਾਸ ਆਦਿਕ ਪਦਾਰਥਾਂ ਦੇ ਰਸ ਲੈਂਦੀ ਹੈ, ਇਹ ਵੀ ਮਿਥਿਆ ਹੈ, ਝੂਠੀ ਹੈ। ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਈ ਕਿ ਇਸ ਨੂੰ ਰਸਾਂ ਦੇ ਵਿੱਚੋਂ ਹੀ ਇਸ ਨੂੰ ਅੰਨ ਦੇ ਵਿੱਚੋਂ ਹੀ ਜੋ ਰਸ ਮਿਲਦਾ ਹੈ ਉਸ ਨਾਲ ਸਰੀਰ ਚੱਲਦਾ ਹੈ। ਇਹ ਜੀਵ ਦੇ ਸਵਾਦ ਵਾਸਤੇ ਮਾਸਾਹਾਰੀ ਬਣਨ ਦੀ ਕੋਸ਼ਿਸ਼ ਕਰਦਾ ਹੈ, ਮਾਸ ਖਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਸ ਵਾਸਤੇ ਨਹੀਂ ਹੈ। ਇਹ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ, ਉਹ ਚਰਨ ਉਹ ਪੈਰ ਵੀ ਮਿਥਿਆ ਨਿਸਫਲ ਹਨ, ਜੋ ਪਰਾਏ ਘਰਾਂ ਨੂੰ ਵਿਸ਼ੇ ਵਿਕਾਰ ਭੋਗਣ ਨੂੰ ਧਾਵਹੇ ਦੌੜ ਕੇ ਜਾਂਦੇ ਹਨ। ਮਿਥਿਆ ਚਰਨ ਪਰ ਵਿਕਾਰ ਕੋ ਧਾਵਹੇ, ਉਹ ਚਰਨ ਪੈਰ ਵੀ ਮਿਥਿਆ ਹਨ, ਨਿਸਫਲ ਹਨ, ਜੋ ਪਰ ਪਰਾਏ ਘਰਾਂ ਨੂੰ ਵਿਸ਼ੇ ਵਿਕਾਰ ਭੋਗਣ ਨੂੰ ਧਾਵਹੇ ਦੌੜ ਕੇ ਜਾਂਦੇ ਹਨ। ਮਿਥਿਆ ਮਨ ਪਰ ਲੋਭ ਲੁਭਾਵੇ, ਉਹ ਮਨ ਉਹ ਹਿਰਦਾ ਵੀ ਮਿਥਿਆ ਨਿਸਫਲ ਹੈ, ਜੋ ਪਰਾਏ ਪਦਾਰਥਾਂ ਦੇ ਲੋਭ ਲਾਲਚ ਕਰਕੇ ਲੁਭਾਏ ਮਾਨ ਹੁੰਦਾ ਹੈ। ਮਿਥਿਆ ਤਨ ਨਹੀਂ ਪਰਉਪਕਾਰਾ, ਉਹ ਤਨ ਉਹ ਸਰੀਰ ਝੂਠਾ ਭਾਵ ਨਾਸਵੰਤ ਹੈ। ਨਹੀਂ ਪਰਉਪਕਾਰਾ, ਜੋ ਪਰਉਪਕਾਰ ਨਹੀਂ ਕਰਦਾ। ਮਿਥਿਆ ਤਨ ਨਹੀਂ ਪਰਉਪਕਾਰਾ, ਉਹ ਤਨ ਸਰੀਰ ਵੀ ਮਿਥਿਆ ਝੂਠਾ ਭਾਵ ਨਾਸਵੰਤ ਹੈ, ਜੋ ਪਰਉਪਕਾਰ ਨਹੀਂ ਕਰਦਾ। ਮਿਥਿਆ ਬਾਸ ਲੇਤ ਵਿਕਾਰਾ, ਉਹ ਨੱਕ ਵੀ ਮਿਥਿਆ ਨਾਸਵੰਤ ਹੈ, ਜੋ ਵਿਕਾਰਾਂ ਵਾਸਤੇ ਆਤਰਾਂ ਆਦਿਕ ਦੀ ਵਾਸਨਾ ਲੈਂਦਾ ਹੈ। ਵਿਕਾਰਾਂ ਦੇ ਵਧੇਰੇ ਸਵਾਦ ਮਾਣਨ ਵਾਸਤੇ ਆਤਰਾਂ ਆਦਿਕ ਦੀਆਂ ਖੁਸ਼ਬੂਆਂ ਲੈਂਦਾ ਹੈ, ਉਹ ਨੱਕ ਵੀ ਮਿਥਿਆ ਹੀ ਹੈ ਕਿ ਨਾਸਵੰਤ ਹੈ। ਬਿਨ ਬੂਝੇ ਮਿਥਿਆ ਸਭ ਭਏ, ਗੁਰਾਂ ਦੇ ਸਰੂਪ ਸਮਝੇ ਤੋਂ ਬਗੈਰ ਸਾਰੇ ਕਰਤੱਵ ਭਾਵ ਇੰਦਰੀਏ ਨਿਸਫਲ ਗਏ ਹਨ, ਨਿਸਫਲ ਹੋਏ ਹਨ। ਸਫਲ ਦੇ ਨਾਨਕ ਹਰ ਹਰ ਨਾਮ ਲਏ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਕੇਵਲ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਲੈਣ ਨਾਲ ਹੀ ਸਾਰੇ ਇੰਦਰੀਆਂ ਸਮੇਤ ਇਹ ਦੇਹੀ ਸਫਲੀ ਹੈ। ਤੇ ਜੇ ਪਰਮੇਸ਼ਰ ਦਾ ਨਾਮ ਜਪਦੀ ਹੈ ਇਹ ਦੇਹੀ, ਤਾਂ ਇਸ ਦੇ ਨਾਲ ਇਸ ਦੇ ਸਾਰੇ ਇੰਦਰੇ ਸਫਲੇ ਹਨ। ਅੱਗੇ ਛੇਵੇਂ ਪਦੇ ਦੇ ਅੰਦਰ ਮਹਾਰਾਜ ਜੀ ਸਮਝਾ ਰਹੇ ਹਨ, ਬਿਰਥੀ ਸਾਕਤ ਕੀ ਆਰਜਾ, ਨਾਮ ਬਿਨਾ ਕਹਿ ਹੋਵਤ ਸੂਚਾ। ਵਾਹਿਗੁਰੂ ਨਾਮ ਤੋਂ ਬਿਨਾ ਸਾਕਤ ਕਠੋਰ ਚਿੱਤ ਵਾਲੇ ਪੁਰਖ ਦੀ ਵੀ ਆਰਜਾ ਉਮਰ ਬਿਰਥੀ ਵੇ ਅਰਥ ਹੀ ਚਲੀ ਜਾਂਦੀ ਹੈ। ਬਿਰਥੀ ਸਾਕਤ ਕੀ ਆਰਜਾ, ਵਾਹਿਗੁਰੂ ਦੇ ਨਾਮ ਤੋਂ ਬਿਨਾ ਸਾਕਤ ਕਠੋਰ ਚਿੱਤ ਵਾਲੇ ਪੁਰਖ ਦੀ ਆਰਜਾ ਉਮਰ ਬੇਅਰਥ ਚਲੀ ਜਾਂਦੀ ਹੈ। ਜੀਵ ਹਰੀ ਦੇ ਸੱਚੇ ਨਾਮ ਜਪੇ ਤੋਂ ਬਿਨਾ ਸਾਚ ਬਿਨਾ ਕਹਿ ਹੋਵਤ ਸੂਚਾ,
ਕਿ ਜੀਵ ਹਰੀ ਦੇ ਸੱਚੇ ਨਾਮ ਜਪੇ ਤੋਂ ਬਗੈਰ ਕਿਸ ਤਰ੍ਹਾਂ ਸੂਚਾ ਪਵਿੱਤਰ ਹੋ ਸਕਦਾ ਹੈ। ਭਾਵੇਂ 68 ਤੀਰਥਾਂ 'ਤੇ ਇਸ਼ਨਾਨ ਕਰਦਾ ਰਵੇ, ਪਰ ਇਹ ਜੀਵ ਸੱਚੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਪਵਿੱਤਰ ਨਹੀਂ ਹੋ ਸਕਦਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕੈ ਦੁਰਗੰਧ। ਸਵੈ ਸਤਾਹੀਣ ਅੰਨੇ ਅਗਿਆਨੀ ਪੁਰਖ ਦਾ ਤਾਨ ਸਰੀਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿ ਬੇਅਰਥ ਹੀ ਹੈ, ਬਿਰਥਾ ਹੀ ਹੈ। ਬਿਰਥਾ ਨਾਮ ਬਿਨਾ ਤਨ ਅੰਧ, ਸਵੈ ਸਤਾ ਤੋਂ ਹੀਣ, ਪਰਮੇਸ਼ਰ ਦੇ ਨਾਮ ਜਪੇ ਤੋਂ ਹੀਣੇ। ਅੰਨੇ ਅਗਿਆਨੀ ਪੁਰਖ ਦਾ ਤਨ ਸਰੀਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਬੇਅਰਥ ਹੀ ਹੈ। ਮੁਖ ਆਵਤ ਤਾਂ ਕੈ ਦੁਰਗੰਧ, ਤਾਂ ਕੈ ਉਸ ਦੇ ਮੁਖ ਮੂੰਹ ਵਿੱਚੋਂ ਵਿਸ਼ਿਆਂ ਦੀ ਦੁਰਗੰਧ ਭੈੜੀ ਬਦਬੂ ਆਉਂਦੀ ਹੈ, ਨਿੰਦਿਆ ਰੂਪੀ ਦੁਰਗੰਧੀ ਆਉਂਦੀ ਹੈ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਪਰਮੇਸ਼ਰ ਦੇ ਨਾਮ ਸਿਮਰਨ ਜਪੇ ਤੋਂ ਬਗੈਰ ਰਾਤ ਦਿਨ ਇਉਂ ਬਿਰਥਾ ਬੇਅਰਥ ਬਤੀਤ ਹੁੰਦਾ ਹੈ। ਮੇਘ ਬਿਨਾ ਜਿਉ ਖੇਤੀ ਜਾਏ, ਜਿਵੇਂ ਮੇਘ ਬੱਦਲਾਂ ਤੋਂ ਬਗੈਰ ਖੇਤੀ ਸੜ ਜਾਂਦੀ ਹੈ, ਇਸੇ ਪ੍ਰਕਾਰ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਸ਼ੁਭ ਗੁਣਾਂ ਦੀ ਖੇਤੀ ਨਾਸ ਹੋ ਜਾਂਦੀ ਹੈ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਪਰਮੇਸ਼ਰ ਦੇ ਨਾਮ ਸਿਮਰਨ ਜਪੇ ਤੋਂ ਬਗੈਰ ਰਾਤ ਦਿਨ ਬਿਰਥਾ ਬੇਅਰਥ ਜਿਹੜੀ ਉਮਰ ਹੈ ਬਤੀਤ ਹੁੰਦੀ ਜਾਂਦੀ ਹੈ। ਮੇਘ ਬਿਨਾ ਜੋ ਖੇਤੀ ਜਾਏ, ਜਿਵੇਂ ਮੇਘ ਬੱਦਲਾਂ ਦੇ ਬਗੈਰ ਖੇਤੀ ਸੜ ਜਾਂਦੀ ਹੈ, ਇਸੇ ਪ੍ਰਕਾਰ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਸ਼ੁਭ ਗੁਣਾਂ ਦੀ ਖੇਤੀ ਨਾਸ ਹੋ ਜਾਂਦੀ ਹੈ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਗੋਬਿੰਦ ਗੋ ਜਮਾ ਬਿੰਦ, ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਸਾਰੇ ਕਾਰਜ ਇਉਂ ਬੇਅਰਥ ਹਨ, ਜਿਉਂ ਕਿਰਪਨ ਕੈ ਨਿਰਾਰਥ ਦਾਮ। ਜਿਵੇਂ ਕਿਰਪਨ ਹੁੰਦਾ ਸੂਮ, ਕਿ ਸੂਮ ਦੇ ਦਾਮ ਦਮੜੇ ਭਾਵ ਪੈਸੇ ਵਰਤੋਂ ਵਿੱਚ ਨਾ ਆਉਣ ਕਰਕੇ ਨਿਰਾਰਥ ਬੇਅਰਥ ਭਾਵ ਨਿਸਫਲ ਹੀ ਜਾਂਦੇ ਹਨ। ਕਿ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਸਾਰੇ ਕਾਰਜ ਇਉਂ ਇਸ ਜੀਵ ਦੇ ਬਿਰਥੇ ਹਨ, ਜਿਵੇਂ ਸੂਮ ਦੇ ਦਮੜੇ ਭਾਵ ਪੈਸੇ ਵਰਤੋਂ ਵਿੱਚ ਨਾ ਆਉਣ ਕਰਕੇ ਬੇਅਰਥ ਭਾਵ ਨਾਸਵੰਤ ਹੀ ਹੋ ਜਾਂਦੇ ਹਨ। ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ। ਕਿ ਉਹ ਜਨ ਉਹ ਪੁਰਖ ਧਨ ਧਨਤਾ ਦੇ ਯੋਗ ਹਨ, ਅਤੇ ਉਹ ਉਸ ਦੇ ਮਾਤਾ ਪਿਤਾ ਵੀ ਧਨਤਾ ਦੇ ਯੋਗ ਹਨ। ਜਿਹ ਘਟ ਬਸਿਓ ਹਰ ਨਾਉ, ਜਿਹ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਹਰੀ ਵਾਹਿਗੁਰੂ ਦਾ ਨਾਮ ਬਸਿਆ ਹੈ, ਉਹ ਪੁਰਖ ਵੀ ਧਨਤਾ ਦੇ ਯੋਗ ਹਨ। ਕਿ ਉਹਨਾਂ ਦੇ ਮਾਤਾ ਪਿਤਾ ਵੀ ਧਨਤਾ ਦੇ ਯੋਗ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੈ। ਨਾਨਕ ਤਾਂ ਕੈ ਬਲ ਬਲ ਜਾਓ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਤਾਂ ਉਹਨਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਬਸਿਆ ਹੈ। ਰਹਿਤ ਅਵਰ ਕਸ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੋਂ ਗੰਢ ਲਾਵਤ। ਰਹਿਤ ਅਵਰ ਕਸ ਅਵਰ ਕਮਾਵਤ, ਲੋਕ ਦਿਖਾਵੇ ਲਈ ਜੀਵ, ਲੋਕ ਦਿਖਾਵੇ ਲਈ ਜੀਵ ਦੀ ਬਾਹਰੋਂ ਰਹਿਣੀ ਤਾਂ ਕੁਝ ਆਵਰ ਹੋਰ ਹੈ, ਤੇ ਅੰਦਰੋਂ ਕਰਮ ਕੁਝ ਆਵਰ ਹੋਰ ਕਮਾਵਤ ਕਮਾਉਂਦਾ ਹੈ। ਰਹਿਤ ਆਵਰ
ਕਸ ਆਵਰ ਕਮਾਵਤ, ਕਿ ਲੋਕ ਦਿਖਾਵੇ ਲਈ ਜੀਵ ਦੀ ਬਾਹਰੋਂ ਰਹਿਣੀ ਤਾਂ ਕੁਝ ਹੋਰ ਤੇ ਅੰਦਰੋਂ ਕਰਮ ਕੁਝ ਹੋਰ ਕਮਾਉਂਦਾ ਹੈ। ਮਨ ਨਹੀਂ ਪ੍ਰੀਤ, ਮਨ ਦੇ ਵਿੱਚ ਹਿਰਦੇ ਵਿੱਚ ਪ੍ਰੀਤੀ ਨਹੀਂ ਹੈ, ਪਰ ਮੁਖੋਂ ਗੰਢ ਲਾਵਤ, ਮੁਖੋਂ ਮੂੰਹੋਂ ਪ੍ਰੀਤੀ ਦੀ ਗੰਢ ਲਾਉਂਦਾ ਹੈ। ਮੂੰਹੋਂ ਢਾਈ ਨਾਲ ਢਾਈ ਜੋੜ ਕੇ ਭਾਵ ਗੱਲ ਨਾਲ ਗੱਲਾਂ ਲਾਉਣਾ ਕਰਦਾ ਹੈ। ਜਾਣਨ ਹਾਰ ਪ੍ਰਭੂ ਪ੍ਰਵੀਨ, ਸਾਰਿਆਂ ਦੇ ਹਿਰਦਿਆਂ ਦੀਆਂ ਜਾਣਨ ਹਾਰ, ਜਾਣਨ ਵਾਲਾ ਪ੍ਰਭੂ ਹਰੀ ਵਾਹਿਗੁਰੂ ਚਾਤਰ ਹੈ, ਸਭ ਦੀਆਂ ਜਾਣਦਾ ਹੈ। ਬਾਹਰ ਭੇਖ ਨਾ ਕਾਹੂ ਭੀਨ, ਕਿਉਂਕਿ ਕਿਸੇ ਬਾਹਰਲੇ ਸਾਧੂ ਭੇਖ ਲਿਬਾਸ ਨੂੰ ਦੇਖ ਕੇ ਪਰਮੇਸ਼ਰ ਭਿੱਜਦਾ ਨਹੀਂ ਹੈ, ਪ੍ਰਸੰਨ ਨਹੀਂ ਹੁੰਦਾ, ਖੁਸ਼ ਨਹੀਂ ਹੁੰਦਾ। ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਸਾਰਿਆਂ ਦੇ ਹਿਰਦਿਆਂ ਦੀਆਂ ਜਾਣਨ ਹਾਰ ਹਰੀ ਵਾਹਿਗੁਰੂ ਪ੍ਰਵੀਨ ਚਾਤਰ ਹੈ, ਕਿਉਂਕਿ ਕਿਸੇ ਬਾਹਰਲੇ ਸਾਧੂ ਭੇਖ ਲਿਬਾਸ ਨੂੰ ਵੇਖ ਕੇ ਪਰਮੇਸ਼ਰ ਭਿੱਜਦਾ ਨਹੀਂ ਹੈ। ਆਵਰ ਉਪਦੇਸੈ ਆਪ ਨਾ ਕਰੈ, ਭਾਵੇਂ ਗਿਆਨੀ ਪ੍ਰਚਾਰਕ ਬਣ ਕੇ ਹੋਰਨਾਂ ਨੂੰ ਉਪਦੇਸੈ ਸਿੱਖਿਆ ਦੇਵੇ, ਪਰ ਆਪ ਕਮਾਈ ਨਾ ਕਰੇ, ਉਹ ਜੀਵ ਜੰਮਦਾ ਅਤੇ ਮਰਦਾ ਹੋਇਆ ਜੂਨਾਂ ਵਿੱਚ ਆਉਂਦਾ ਹੈ ਤੇ ਜਾਂਦਾ ਰਹਿੰਦਾ ਹੈ। ਆਵਤ ਜਾਵਤ ਜਨਮੈ ਮਰੈ, ਕਿ ਜਿਵੇਂ ਰਤਨ ਸਿੰਘ ਮਹਿਬੂਬਪੁਰ ਦਾ ਸੀ, ਉਸ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਇਸ ਤੁਕ ਬਾਬਤ ਦਮਦਮਾ ਸਾਹਿਬ ਸਵਾਲ ਕੀਤਾ ਸੀ। ਕਹਿਣ ਲੱਗੇ ਕਿ ਜੇ ਕੋਈ ਆਪ ਸਿੱਖ ਨਾ ਹੋਵੇ, ਦੂਜੇ ਨੂੰ ਸਿੱਖ ਬਣਾ ਦੇਵੇ, ਭਾਵ ਆਪ ਉਪਦੇਸ਼ ਗ੍ਰਹਿਣ ਨਾ ਕਰੇ, ਦੂਸਰਿਆਂ ਨੂੰ ਸਿੱਖਿਆ ਦੇ ਕੇ ਸਵਾਰੇ, ਆਪ ਕਮਾਈ ਨਾ ਕਰੇ, ਹੋਰਨਾਂ ਨੂੰ ਉਪਦੇਸ਼ ਦੇਵੇ, ਉਸ ਦਾ ਪਰਉਪਕਾਰ ਨਹੀਂ। ਚਤਰਾਈ ਨਾਲ ਸਵਾਲ ਕੀਤਾ ਸੀ। ਹੱਸ ਕੇ ਸੰਤ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਦਾ ਬਚਨ ਹੈ, ਪੇਖੈ ਬਿੰਜਨ ਪਰੋਸਨਹਾਰੈ, ਜਿਹ ਭੋਜਨ ਕੀਨੋ ਸੋ ਤ੍ਰਿਪਤਾਰੈ, ਕਿ ਕਹਿਣ ਲੱਗੇ ਕਿ ਜਿਵੇਂ ਭੋਜਨ ਬਣਾਉਣ ਵਾਲੇ ਨੇ ਸਾਰੇ ਪਦਾਰਥ ਭਾਵ ਖਾਣਿਆਂ ਦੇ ਦਰਸ਼ਨ ਕੀਤੇ ਹੁੰਦੇ ਹਨ, ਪਰ ਜਿਹੜੇ ਪੰਗਤ ਵਿੱਚ ਬੈਠ ਕੇ ਛਕ ਗਏ ਉਹ ਰੱਜੇ ਹਨ। ਬਣਾਉਣ ਤੇ ਵਰਤਾਉਣ ਵਾਲਾ ਉਦੋਂ ਰੱਜੂ ਜਦੋਂ ਆਪ ਛਕੇਗਾ। ਇਸੇ ਪ੍ਰਕਾਰ ਜਨਮ ਮਰਨ ਦਾ ਉਪਦੇਸ਼ ਕਰਨ ਵਾਲੇ ਦਾ ਉਪਕਾਰ ਤਾਂ ਹੈ, ਪਰ ਜਨਮ ਮਰਨ ਦਾ ਉਸ ਦਾ ਗੇੜ ਉਦੋਂ ਮਿਟੂ ਜਦੋਂ ਆਪ ਕਮਾਈ ਕਰੇਗਾ, ਆਪ ਨਾਮ ਜਪੇਗਾ। ਜਿਸ ਕੈ ਅੰਤਰ ਬਸੈ ਨਿਰੰਕਾਰ, ਕਿ ਜਿਸ ਦੇ ਅੰਤਰ ਹਿਰਦੇ ਅੰਦਰ ਨਿਰੰਕਾਰ ਵਾਹਿਗੁਰੂ ਵਸ ਜਾਂਦਾ ਹੈ, ਤਿਸ ਕੀ ਸੀਖ ਤਰੈ ਸੰਸਾਰ, ਕਿ ਉਸ ਦੀ ਮਰਜ਼ਾਦਾ ਰੂਪੀ ਸਿੱਖਿਆ ਅੰਮ੍ਰਿਤ ਵੇਲੇ ਦਾ ਉੱਠਣਾ ਸਿਮਰਨ ਕਰਨਾ ਵੇਖ ਕੇ ਦੁਨੀਆ ਦੇ ਹੋਰ ਜੀਵ ਵੀ ਤਰ ਜਾਂਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਸਮਝਾਉਣਾ ਕੀਤਾ ਹੈ। ਜਿਸ ਕੈ ਅੰਤਰ ਵਸੈ ਨਿਰੰਕਾਰ, ਜਿਸ ਦੇ ਹਿਰਦੇ ਅੰਦਰ ਨਿਰੰਕਾਰ ਵਾਹਿਗੁਰੂ ਵਸ ਜਾਂਦਾ ਹੈ, ਤਿਸ ਕੀ ਸੀਖ ਤਰੈ ਸੰਸਾਰ, ਕਿ ਉਸ ਦੀ ਮਰਜ਼ਾਦਾ ਰੂਪੀ ਸਿੱਖਿਆ ਅੰਮ੍ਰਿਤ ਵੇਲੇ ਦਾ ਉੱਠਣਾ ਸਿਮਰਨ ਕਰਨਾ ਵੇਖ ਕੇ ਦੁਨੀਆ ਦੇ ਹੋਰ ਜੀਵ ਵੀ ਤਰ ਜਾਂਦੇ ਹਨ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਹੈ ਪਰਮੇਸ਼ਰ, ਜੋ ਜਿਹੜੇ ਪੁਰਖ ਤੁਹਾਨੂੰ ਭਾਨੇ ਭਾ ਗਏ ਹਨ, ਜਿਹੜੇ ਪੁਰਖ ਤੁਹਾਡੇ ਭਾਨੇ ਭਾਣੇ ਨੂੰ ਮੰਨਦੇ ਹਨ, ਉਹਨਾਂ ਨੇ ਤੈਨੂੰ ਜਾਤਾ ਜਾਣਿਆ ਹੈ। ਨਾਨਕ ਉਨ ਜਨ ਚਰਨ ਪਰਾਤਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਖਾਂ ਨੇ ਚਰਨਾਂ ਦੀ ਸਰਨੀ, ਉਹਨਾਂ ਪੁਰਖਾਂ ਦੇ ਚਰਨਾਂ ਦੀ ਸਰਨੀ ਪਰਾਤਾ ਪੈਂਦਾ ਹੈ, ਕਿ ਉਹਨਾਂ ਪੁਰਖਾਂ ਦੇ ਪੈਰਾਂ ਦਾ ਧਿਆਨ ਕਰਨਾ ਮੈਂ ਪਛਾਣਿਆ ਹੈ। ਉਹਨਾਂ ਗੁਰਮੁਖ ਜਨਾਂ ਦੇ ਚਰਨਾਂ ਕਮਲਾਂ ਤੋਂ ਅਸੀਂ ਹਰੀ ਵਾਹਿਗੁਰੂ ਨੂੰ ਪਛਾਣਿਆ ਹੈ।
करो बेनती पार ब्रह्म सब जानै, अपना किया आप हे मानै। महाराज जी 8वें पदे दे अंदर तीजी अष्टपदी दे अंदर अखीरले पदे दे विच बड़े ही विस्तार दे नाल तत्त सिद्धांत दी विचार समझा रहे हैं। करो बेनती पार ब्रह्म सब जानै, कि हे भाई अपने जन्म मरण दे छुटकारे लई परमेश्वर अगे बेनती प्रार्थना करो। जो परमेश्वर सारियां दे हिरदियां दी जानन वाला है, अपना किया आप हे मानै। जिन्हां नूं उसने अपना सेवक बनाउणा कीता है, उन्हां दी बेनती नूं आप ही परमेश्वर मनदा है। आप हे आप करत नवेरा, कि आप ही जगत नूं परमेश्वर पैदा करदा है, आप ही पालना करदा है, अते आप ही नवेरा नवेड़दा भाव मारना करदा है। आप ही जीव रूप, आप ही ईश्वर ते आप ही सतगुरु रूप हो के जीवां दे जन्म मरण दा नवेड़ा करन वाला है। किसे कईयां नूं दूर जनाबत जणाउंदा है, जिवें न्याय शास्त्र परमेश्वर नूं एक देसी मनदा है, कईयां नूं गुरां द्वारा नेड़े समझाउंदा है। किसै दूर जनाबत किसै बुझावत नेरा, कि महाराज जी समझा रहे हैं जिन्हां दे जीवन हुंदे हन उन्हां नूं नेड़े समझाउंदा है। भाव किसे नूं देश काल वस्तु दूर जनाबत जणाउंदा है, ते किसे नूं नेड़े ही आत्म रूप बुझावत बुझा समझा दिंदा है। उपाव सियानप सगल ते रहत, जो शरीर करके धूणियां तपौणियां आदਿਕ उपाव जतना तो अते बुद्धि दियां सियाणपां आदਿਕ सब कुछ सारियां तो रहत है। सारियां सियाणपां अते जतना ते रहत है। सब कस जानै आत्म की रहत, ओह परमेश्वर आत्म मन दी रहणी भाव मर्यादा जानदा है। जिस भावै तिस लए लड़ लाए, जिस दी भावना हरि नूं भाउंदी है, भाव चंगी लगदी है, उस नूं अपने सारन रूप पल्ले नाल ला लैंदा है। थान थनंतर रहिया समाए, ओह अकाल पुरख सारियां थनंतर थावां दा मालक, सारे थावां ते व्यापक हो रहा है। सो सेवक जिस किरपा धारी, सो ओही हरि दा सेवक दास है, जिस ते हरि वाहिगुरु ने दया दृष्टि कीती है। निमख निमख जप नानक हरि, सतगुरु जी कथन करते हैं कि उसने ही हरि वाहिगुरु दे नाम नूं निमख निमख छिन छिन पल पल करके जपिया है। जिन्हां ते परमेश्वर ने आप दया दृष्टि कीती है, ओह परमेश्वर दे नाम नूं खिन खिन करके जपदे हैं। जिन्हां ते परमेश्वर ने आप दया दृष्टि कीती है। इत्थे ही इस 5वीं अष्टपदी की समाप्ति हुई। महाराज कृपा करन, आईयां संगतां दी हाज़री दर प्रवान करन, ਚੱਲਿਆ ਹੋਇਆ कदम लेखे विच लाउण, गुरसिੱਖੀ दियां नाम दियां दातां बख्शण। महाराज आओ समा हो चुकिया है। 6 पौड़ियां आनंद साहब का जाप करिए, अरदास बेनती करिए। महाराज आईयां संगतां दी हाज़री दर प्रवान होवे।